अवले अल्लाह नूर उपाया कुदरत के सब बंदे एक नूर दे सब जग उपजा कौन भले को मंदे। ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁਲੀਨਾ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੋ ਸੰਗਤ ਏਡ ਵੱਲੋਂ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਜੋ ਸੇਵਾ ਭੇਟ ਕਰਨ ਦੇ ਵਾਸਤੇ ਜੋ ਉਪਰਾਲਾ ਕੀਤਾ ਜਾ ਰਿਹਾ ਉਹਦੇ ਤਹਿਤ ਅੱਜ ਦੁਆਬੇ ਦੇ ਵਿੱਚ ਆਏ ਹੋਏ ਹਾਂ। ਸੋ ਇਹ ਬੁਲੀਨਾ ਪਿੰਡ ਦੇ ਵਿੱਚ ਹੈ ਜੀ ਅਤੇ ਸਰਦਾਰ ਭੁਪਿੰਦਰ ਸਿੰਘ ਜਿਹੜੇ ਕਿ 26 ਤਰੀਕ ਨੂੰ ਸਵੇਰੇ 25 ਅਤੇ 26 ਦੀ ਰਾਤ ਨੂੰ ਉਹਨਾਂ ਦੀ ਇੱਥੇ ਕੁਰਬਾਨੀ ਹੁੰਦੀ ਹੈ ਕਿਸਾਨ ਮੋਰਚੇ ਦੇ ਵਿੱਚ। ਸੋ ਇਹ ਉਹਨਾਂ ਦੇ ਅਸੀਂ ਘਰ ਪਹੁੰਚੇ ਹਾਂ ਅਤੇ ਇੱਥੇ ਬਹੁਤ ਸਾਰੇ ਸਾਡੇ ਇਲਾਕੇ ਦੇ ਜਿਹੜੇ ਪਤਵੰਤੇ ਨੇ ਉਹ ਆਏ ਬੈਠੇ ਨੇ। ਸੋ ਆਪਾਂ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜੋ ਸੇਵਾ ਸੰਗਤ ਏਡ ਵੱਲੋਂ ਜੋ ਉਪਰਾਲਾ ਕੀਤਾ ਜਾਂਦਾ ਹੈ ਉਹ ਭੇਟ ਕਰਨ ਦੇ ਵਾਸਤੇ ਅਸੀਂ ਸਾਰੇ ਇੱਥੇ ਪਹੁੰਚੇ ਹੋਏ ਹਾਂ। ਸਰਦਾਰ ਭੁਪਿੰਦਰ ਸਿੰਘ ਉਹਨਾਂ ਦੀ ਅਸੀਂ ਇਹ ਤਸਵੀਰ ਤੇ ਜਿਹੜੇ ਕਿ ਇੱਕ ਬੜੇ ਹੀ ਇਲਾਕੇ ਦੇ ਹਰਮਨ ਪਿਆਰੇ ਜਿਹੜੇ ਜਿਨ੍ਹਾਂ ਦੀ ਬੜੀ ਦੇਣ ਸਾਰੇ ਪਿੰਡ ਨੂੰ ਇਲਾਕੇ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਵਕਤ ਅਸੀਂ ਬੈਠੇ ਹੋਏ ਹਾਂ। ਸਾਡੇ ਨਾਲ ਸਾਡੇ ਸਤਿਕਾਰਯੋਗ ਭੈਣ ਜੀ ਉਹਨਾਂ ਦਾ ਪਰਿਵਾਰ ਬੱਚੇ ਸਾਰੇ ਬੈਠੇ ਨੇ। ਸੋ ਬੜੇ ਹੀ ਮੈਂ ਸਮਝਦਾ ਕਿ ਇੱਕ ਵੱਡੀ ਘਾਟ ਪੈਂਦੀ ਹੈ ਇਸ ਢੰਗ ਦੇ ਨਾਲ ਜਦੋਂ ਪਰਿਵਾਰਾਂ ਨੂੰ। ਸੋ ਕੁਝ ਬਚਨ ਭੈਣ ਜੀ ਦੇ ਆਪ ਸੰਗਤਾਂ ਨਾਲ ਸਾਂਝੇ ਕਰਵਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭੈਣ ਜੀ ਅਸੀਂ ਚਾਹਾਂਗੇ ਕਿ ਥੋੜ੍ਹਾ ਜਿਹਾ ਦੱਸ ਦੇ ਭਾਈ ਸਾਹਿਬ ਹੋਰਾਂ ਦੇ ਬਾਰੇ, ਉਹਨਾਂ ਦਾ ਕਿੱਦਾਂ ਦਾ ਸੁਭਾਅ ਸੀ, ਕਿੱਦਾਂ ਦਿੱਲੀ ਗਏ ਜੀ? ਉਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ। ਕਦੀ ਬੈਰ ਵਿਰੋਧ ਉਹਨਾਂ ਦੇ ਮਨ ਵਿੱਚ ਨਹੀਂ ਸੀ, ਨੇਕ ਸੁਭਾਅ ਦੇ ਸੀ ਤੇ ਸਾਰੇ ਵਧੀਆ ਸੀ ਤੇ ਸਾਨੂੰ ਸਾਡੇ ਨਾਲ ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਆ ਬਹੁਤ ਵਧੀਆ ਤਰੀਕੇ ਦੇ ਨਾਲ। ਕਦੀ ਉਹਨਾਂ ਦਾ ਸਾਡੇ ਨਾਲ ਵੀ ਬਹੁਤ ਪਿਆਰ ਮੁਹੱਬਤ ਨਾਲ ਰਹੇ ਹਨ। ਉਹਨਾਂ ਦੀ ਕਮੀ ਸਾਨੂੰ ਕਦੀ ਵੀ ਪੂਰੀ ਹੋਣ ਵਾਲੀ ਨਹੀਂ ਹੈ। ਬਿਲਕੁਲ ਇਹ ਕਮੀਆਂ ਨਹੀਂ ਪੂਰੀਆਂ ਹੋ ਸਕਦੀਆਂ ਅਤੇ ਫਿਰ ਖਾਸ ਤੌਰ 'ਤੇ ਐਸੀਆਂ ਹਸਤੀਆਂ ਜਾਂ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਪੂਰੇ ਇਲਾਕੇ ਦੇ ਵਿੱਚ ਇੱਕ ਬੜਾ ਮਾਣ ਸਨਮਾਨ ਹੋਏ, ਇਲਾਕੇ ਦੇ ਵਿੱਚ ਪ੍ਰੇਮ ਭਾਵ ਹੋਏ। ਸੋ ਘਰਾਂ ਦੇ ਵਿੱਚ ਤਾਂ ਆਪਾਂ ਫਿਰ ਸਮਝ ਹੀ ਸਕਦੇ ਹਾਂ ਕਿ ਉਹਨਾਂ ਦੀ ਕਿੰਨੀ ਵੱਡੀ ਕਮੀ ਜਿਹੜੀ ਹੈ। ਅਤੇ ਜਦੋਂ ਦਿੱਲੀ ਗਏ ਨੇ ਉਦੋਂ ਪਹਿਲਾਂ ਦਾ ਕੋਈ ਗੱਲਬਾਤ ਕਿਵੇਂ ਉਹਨਾਂ ਦੇ ਮਨ ਦਾ ਸੀਗਾ ਜਾਣ ਦਾ ਪ੍ਰੋਗਰਾਮ? ਦਿੱਲੀ ਜਦੋਂ ਗਏ ਸੀਗੇ ਇੱਥੋਂ ਠੀਕ ਠਾਕ ਗਏ ਨੇ ਅਤੇ ਕੋਈ ਬਿਮਾਰ ਨਹੀਂ ਸੀਗੇ, ਠੀਕ ਠਾਕ ਗਏ। ਇੱਥੋਂ ਮੈਨੂੰ ਜਾਣ ਲੱਗੇ ਕਹਿ ਕੇ ਗਏ ਨੇ ਅਸੀਂ ਦੂਜੇ ਤੀਜੇ ਦਿਨ ਵਾਪਸ ਆ ਜਾਣਾ, ਕੋਈ ਫਿਕਰ ਵਾਲੀ ਗੱਲ ਨਹੀਂ ਆ। ਉੱਥੇ ਫਿਰ ਮੈਨੂੰ ਬਾਅਦ ਵਿੱਚ ਫੋਨ ਵੀ ਆਉਂਦੇ ਰਹੇ ਨੇ, ਕਹਿੰਦੇ ਸੀ ਅਸੀਂ ਜਲਦੀ ਆ ਜਾਣਾ, ਮੈਂ ਠੀਕ ਠਾਕ ਆ। ਕੋਈ ਉਹਨਾਂ ਨੂੰ ਬਿਮਾਰੀ ਨਹੀਂ ਸੀ। ਜੋ ਵੀ ਹੋਇਆ ਉੱਥੇ ਜਾ ਕੇ ਬਿਲਕੁਲ। ਸੋ ਬੇਟਾ ਤੁਹਾਡਾ ਕੀ ਨਾਮ ਹੈ? ਅਮਨਜੋਤ। ਹਾਂਜੀ, ਤੁਸੀਂ ਪੜ੍ਹਦੇ ਹੋ? ਹਾਂਜੀ, ਮੈਂ ਆਪਣੀ ਗ੍ਰੈਜੂਏਸ਼ਨ ਹਜੇ ਕੰਪਲੀਟ ਕੀਤੀ ਹੈ ਹੁਣੇ। ਅੱਛਾ। ਹਾਂਜੀ। ਅਤੇ ਕਿਵੇਂ ਤੁਹਾਡੇ ਨਾਲ ਕੋਈ ਲਾਸਟ ਟਾਈਮ ਕਿਵੇਂ ਗੱਲਬਾਤ ਹੋਈ ਜਾਂ ਕੀ? ਸਾਡੇ ਨਾਲ ਜਾਣ ਲੱਗੇ ਮੈਂ ਬਸ ਇਹੀ ਕਿ ਤੁਸੀਂ ਆਪਣੀ ਜਿੱਦਾਂ ਵੀ ਆਪਣਾ ਖਿਆਲ ਰੱਖਣਾ ਆ ਹੈ ਨਾ, ਅਤੇ ਜਲਦੀ ਤੁਸੀਂ ਸਾਡੇ ਕੋਲ ਵਾਪਸ ਆਇਓ ਹੈ ਨਾ।
ਕਹਿੰਦੇ ਕੋਈ ਨਹੀਂ ਬੇਟਾ ਤੁਸੀਂ ਆਪਣਾ ਖਿਆਲ ਰੱਖੋ, ਮੈਂ ਬਸ ਆ ਜਾਣਾ ਹੈ 2 ਕੁ ਦਿਨ 'ਚ ਵਾਪਸ ਮੁੜ ਕੇ ਆ ਜਾਣਾ ਹੈ, ਤੁਸੀਂ ਕੋਈ ਫਿਕਰ ਨਹੀਂ ਕਰਨਾ। ਪਿੱਛੋਂ ਵੀ ਸਾਨੂੰ ਫੋਨ ਕਰਕੇ ਸਾਡਾ ਹਾਲ ਚਾਲ ਜਿੱਦਾਂ ਪੁੱਛਦੇ ਰਹੇ। ਜਿਸ ਦਿਨ 1 ਦਿਨ ਪਹਿਲਾਂ 3 ਵਜੇ ਮੇਰੀ ਗੱਲ ਹੋਈ ਹੈ, ਮੈਨੂੰ ਕਹਿੰਦੇ ਮੈਂ ਬਿਲਕੁਲ ਠੀਕ ਹਾਂ, ਅਸੀਂ ਆ ਜਾਣਾ ਆ, ਇੱਥੇ ਵੀ ਠੀਕ ਹੈ, ਕੋਈ ਨਹੀਂ, ਮਾਹੌਲ ਵੀ ਸਾਰਾ ਕੋਈ ਨਹੀਂ, ਅਸੀਂ ਦੇਖ ਕੇ ਸਾਰਾ ਕਰਕੇ ਵਾਪਸ ਆ ਜਾਣਾ ਹੈ। ਬਾਅਦ 'ਚੋਂ ਇੱਦਾਂ ਹੀ ਅਚਾਨਕ ਸਾਨੂੰ ਇੱਦਾਂ ਮੁੰਡਿਆਂ ਦੇ ਫੋਨ ਆਏ ਆ ਅਤੇ ਇੱਦਾਂ ਇੱਕਦਮ ਹੀ ਆਹ ਸਾਰਾ ਕੁਝ ਹੋ ਗਿਆ। ਸੋ ਬਿਲਕੁਲ ਜਿਵੇਂ ਉਹ ਗੁਰਬਾਣੀ ਦਾ ਫਰਮਾਨ ਵੀ ਹੈ ਨਾ ਕਿ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਸੋ ਇੱਕਦਮ ਜਦੋਂ ਇਹ ਸਾਰਾ ਕੁਝ ਵਾਪਰਦਾ ਤੇ ਉਦੋਂ ਸਮਝ ਤੋਂ ਬਾਹਰ ਇਹ ਸਾਰਾ ਕਾਰਜ ਹੋ ਜਾਂਦਾ। ਪਰ ਇਹ ਖਾਸ ਤੌਰ ਤੇ ਜਿਸ ਢੰਗ ਦੇ ਨਾਲ ਕਿਸਾਨ ਮੋਰਚੇ ਦੇ ਦੌਰਾਨ ਇਹ ਆਪਣੀ ਜ਼ਿੰਦਗੀ ਇਹਨਾਂ ਦੀ ਲਿਖੇ ਲੱਗੀ ਹੈ। ਸੋ ਕਿਸਾਨ ਮੋਰਚੇ ਦੇ ਬਾਰੇ ਕਿੱਦਾਂ ਦੀ ਉਹਨਾਂ ਦੀ ਭਾਵਨਾ ਸੀ? ਪਹਿਲੀ ਵਾਰੀ ਗਏ ਸੀ ਦਿੱਲੀ ਜਾਂ ਪਹਿਲਾਂ ਵੀ ਜਾ ਕੇ ਆਏ ਸੀ? ਉਦੋਂ ਪਹਿਲੀ ਵਾਰੀ ਗਏ ਸੀ ਹੁਣ ਦਿੱਲੀ। ਕਹਿੰਦੇ ਸੀ ਕਿ ਪਹਿਲਾਂ ਵੀ ਕਹਿੰਦੇ ਸੀ ਜਾਣਾ ਆ, ਉਦੋਂ ਕੋਈ ਬਣਿਆ ਨਹੀਂ ਸਾਧਨ ਇੱਦਾਂ। ਫਿਰ ਬਾਅਦ 'ਚ ਇੱਕ ਇੱਦਾਂ ਪਲਾਨ ਬਣ ਗਿਆ ਉਹਨਾਂ ਦਾ ਜਾਣ ਦਾ। ਫਿਰ ਮੈਨੂੰ ਕਹਿੰਦੇ ਸੀ ਪਹਿਲਾਂ ਵੀ ਜਾਣਾ ਆ, ਅਸੀਂ ਇੱਥੇ ਜਾ ਕੇ ਦੇਖਣਾ ਸਾਰਾ ਕੁਛ ਹੈ ਨਾ, ਬੈਠਣਾ ਹੈਗਾ ਆ। ਸਾਰੇ ਗਏ ਹੋਏ ਆ ਪਿੰਡ ਦੇ ਵੀ, ਅਸੀਂ ਵੀ ਜਾਵਾਂਗੇ, ਸਹਿਯੋਗ ਪਾਉਣਾ ਮੈਂ ਉੱਥੇ ਜਾ ਕੇ ਆਪਣਾ। ਅਤੇ ਫਿਰ ਇੱਕਦਮ ਅਚਾਨਕ ਪਲਾਨ ਬਣਿਆ ਅਤੇ ਫਿਰ ਉਹ ਸਾਰੇ ਜਾਣੇ ਰਲ ਕੇ ਗਏ ਉੱਥੇ। ਹਾਂਜੀ, ਉਹਨਾਂ ਦਾ ਬਿਲਕੁਲ ਸੀਗਾ, ਦਿਲੋਂ ਹੀ ਸੀਗਾ ਕਿ ਮੈਂ ਜਾਣਾ ਹੈਗਾ ਆ ਉੱਥੇ। ਇੱਕ ਵਾਰੀ ਹਾਜ਼ਰੀ ਜ਼ਰੂਰ ਲਵਾਉਣਾ ਆ ਮੈਂ ਉੱਥੇ ਜਾ ਕੇ। ਹਾਂਜੀ, ਹਾਜ਼ਰੀ ਲਵਾਉਣ ਮੈਂ ਜ਼ਰੂਰ ਜਾਣਾ ਆ ਉੱਥੇ ਇੱਕ ਵਾਰੀ ਆਪਣੀ। ਹਾਂਜੀ, ਤੇ ਇੱਥੇ ਪਿੰਡ ਦੇ ਵਿੱਚ ਕਿਉਂਕਿ ਉਹ ਮੌਤਬਾਰ ਜਿਹੜੇ ਹੁੰਦੇ ਨੇ ਇਲਾਕੇ ਦੇ, ਉਹਨਾਂ ਦੇ ਵਿੱਚ ਸ਼ਾਮਲ ਸੀ, ਤੇ ਕਿੱਦਾਂ ਦਾ ਘਰ ਦਾ ਰੂਟੀਨ ਫਿਰ ਕਿਵੇਂ ਦਾ ਰਹਿੰਦਾ ਸੀ? ਕਿਉਂਕਿ ਐਸੇ ਲੋਕਾਂ ਨੂੰ ਫਿਰ ਜ਼ਿਆਦਾ ਸਮਾਂ ਜਿਹੜਾ ਸਮਾਜ ਨੂੰ ਵੀ ਦੇਣਾ ਪੈਂਦਾ ਜੀ। ਹਾਂਜੀ, ਉਹਨਾਂ ਦਾ ਬਹੁਤ ਵਧੀਆ ਸੀ। ਘਰ ਦੇ ਵਿੱਚ ਵੀ ਪੂਰਾ ਖਿਆਲ ਰੱਖਦੇ ਸੀਗਾ, ਆਪਣੀ ਪਰਿਵਾਰ ਦਾ ਵੀ, ਬਾਹਰ ਵੀ ਲੋਕਾਂ ਦੇ ਵਿੱਚ ਆਪਣੀ ਇੱਜ਼ਤ ਬਣਾ ਕੇ ਰੱਖਦੇ ਸੀ ਅਤੇ ਬਹੁਤ ਵਧੀਆ ਨੇਕ ਸੁਭਾਅ ਦੇ ਸੀ। ਸੋ ਬਿਲਕੁਲ ਮੈਂ ਸਮਝਦਾ ਕਿ ਐਸੀਆਂ ਹਸਤੀਆਂ ਜਿਹੜੀਆਂ ਨੇ, ਐਸੀਆਂ ਸ਼ਖਸੀਅਤਾਂ, ਉਹਨਾਂ ਦਾ ਬੜਾ ਖਾਸ ਯੋਗਦਾਨ ਹੁੰਦਾ। ਸਰਦਾਰ ਜੀ, ਤੁਹਾਡਾ ਕੀ ਨਾਮ ਜੀ? ਰਸਵਿੰਦਰ ਸਿੰਘ। ਇਹੀ ਪਿੰਡ ਹੈ ਜੀ ਆਪਣਾ? ਜੀ ਹਾਂਜੀ, ਇਹ ਮੁੜ ਤੋਂ ਇੱਥੇ ਰਹਿੰਦੇ ਅਸੀਂ। ਸਾਡੇ ਨਜ਼ਦੀਕੀ ਵੀ ਸੀ, ਰੋਜ਼ ਦਾ ਵਹਿਣ ਉੱਠਣ ਸੀ ਸਾਡਾ ਤਾਂ। ਅੱਛਾ ਜੀ। ਤੇ ਉਹ ਬੰਦਾ ਇੰਨਾ ਨੇਕ ਸੀਗਾ, ਭਤੀਜਾ ਸਾਡਾ ਉਹਦਾ ਕਈ ਚਾਚਾ ਕਹਿੰਦਾ, ਉਹਦਾ ਭਾਜੀ ਵੀ ਕਹਿ ਲੈਂਦਾ ਸੀ। ਸ਼ੁਗਲ 'ਚ ਛੋਟਾ ਸੀ, ਉਹਦਾ ਬਹੁਤ ਸਾਡੇ ਭਤੀਜਿਆਂ ਦਾ ਹਾਣੀ ਸੀ ਜੀ ਜੀ। ਤੇ ਇੱਦਾਂ ਦਾ ਨੇਕ ਬੰਦਾ ਮੈਂ ਤਾਂ ਕਹਿੰਦਾ ਕੋਈ ਨਗਰ 'ਚ ਨਹੀਂ ਹੁਣ। ਤੇ ਬਹੁਤ ਵਧੀਆ, ਹਰੇਕ ਨਾਲ ਮਿਲਣਸਾਰ ਸੀਗਾ। ਤੇ ਜੇ ਆਪਾਂ ਵਾਧੀ ਰਾਤ ਨੂੰ ਕਿਹਾ ਹੌਸਲੇ ਤੁਰ ਪੈਣ। ਸੋ ਬਿਲਕੁਲ ਉਹ ਵਧੀਆ ਬੰਦਾ ਹੈ, ਇੱਦਾਂ ਦਾ ਇਨਸਾਨ ਕਦੇ ਮਿਲੇ ਨਹੀਂ ਸਾਰ। ਸੋ ਬਿਲਕੁਲ ਐਸੇ ਇਨਸਾਨਾਂ ਦੀ ਤਾਂ ਮੈਂ ਸਮਝਦਾ ਸਾਰੇ ਸਮਾਜ ਨੂੰ ਹੀ ਲੋੜ ਹੁੰਦੀ ਹੈ, ਕਿਉਂਕਿ ਜਿਹੜੇ ਸਾਂਝੇ ਕਾਰਜ ਹੁੰਦੇ, ਸਾਂਝੇ ਕਾਰ ਵਿਹਾਰ, ਉਹ ਵੀ ਜਿਹਨੇ ਉਹਨਾਂ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਨੇ, ਤੇ ਫਿਰ ਘਰ ਦੇ ਜਿਹੜੇ ਜ਼ਿੰਮੇਵਾਰੀਆਂ ਮੈਂ ਸਮਝਦਾ ਇਹ ਤਾਂ ਫਿਰ ਬੜਾ ਵੱਡਾ ਕਾਰਜ ਘਾਟਾ ਜਿਹੜਾ ਪਿਆ ਹੈ। ਸੋ ਇਹ ਸੰਗਤ ਏਡ ਵੱਲੋਂ ਜਿਹੜੀ ਸੇਵਾ ਜਿਹੜੀ ਹੈ ਉਹ ਭੇਟ ਕੀਤੀ ਜਾ ਰਹੀ ਹੈ ਜੀ ਸਾਡੇ ਇਸ ਨਗਰ ਦੇ ਪਤਵੰਤੇ ਡਾਕਟਰ ਜੌਲ ਸਾਹਿਬ, ਨੰਬਰਦਾਰ ਸਾਹਿਬ, ਹੋਰ ਸ਼ਖਸੀਅਤਾਂ ਜਿਹੜੀਆਂ ਨੇ, ਕਿਉਂਕਿ ਬੜੇ ਹੀ ਹਰਮਨ ਪਿਆਰੇ ਸਰਦਾਰ ਭੁਪਿੰਦਰ ਸਿੰਘ ਜਿਹੜੇ ਨੇ, ਉਹਨਾਂ ਦਾ ਜਿਹੜਾ ਘਾਟਾ ਉਹ ਤਾਂ ਪੂਰਾ ਨਹੀਂ ਹੋ ਸਕਦਾ, ਪਰ ਇਹ ਇੱਕ ਢੰਗ ਦੇ ਨਾਲ ਇੱਕ ਤਰਵਾਸ ਕਹਿ ਲਈਏ ਜਾਂ ਸੰਗਤਾਂ ਦਾ ਪਿਆਰ ਕਹਿ ਲਈਏ, ਦੇਸ਼ ਵਿਦੇਸ਼ ਵਿੱਚ ਵੱਸਦੇ ਵਿਸ਼ੇਸ਼ ਰੂਪ ਵਿੱਚ ਦੁਆਬੇ ਤੋਂ ਬਹੁਤ ਸਾਰੀਆਂ ਸੰਗਤਾਂ ਇਸ ਵਕਤ ਸਾਨੂੰ ਜਿਹੜੀਆਂ ਬਾਹਰ ਬੈਠੀਆਂ ਦੇਖ ਰਹੀਆਂ ਹੋਣਗੀਆਂ। ਸੋ ਬੁਲੀਨਾ ਨਗਰ ਜੌਲਾਂ ਦੇ ਬਿਲਕੁਲ ਨਾਲ ਲੱਗਦਾ, ਮਹਾਂਪੁਰਖਾਂ ਦਾ ਨਗਰ, ਜਿੱਥੇ ਕਿ ਮਹਾਂਪੁਰਖਾਂ ਦਾ ਸਥਾਨ ਵੀ ਹੈ, ਨਿਰਮਲ ਕੁਟੀਆ। ਸੋ ਭੈਣ ਜੀ ਹੋਰਾਂ ਨੂੰ ਅਸੀਂ ਸਤਿਕਾਰ ਸਹਿਤ ਇਹ ਸਹਾਇਤਾ ਜਿਹੜੀ ਆ ਭੇਟ ਕੀਤੀ ਹੈ। ਸਾਡੇ ਨਾਲ ਹੋਰ ਬਹੁਤ ਸਾਰੀਆਂ ਇਸ ਇਲਾਕੇ ਦੇ ਹੋਰ ਹਸਤੀਆਂ। ਸੋ ਜੌਲ ਸਾਹਿਬ, ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਕਿਵੇਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਮੈਂ ਬੇਨਤੀ ਕਰਾਂ ਵੀ ਜੌਲਾਂ ਬਰੇਨਾ ਪਿੰਡ ਸਾਡਾ ਇੱਕੋ ਹੀ ਪਿੰਡ ਆ ਜੀ।
ਸਾਡਾ ਸਾਰਿਆਂ ਦਾ ਹੀ ਆਪਸ ਵਿੱਚ ਹੀ ਬਹੁਤ ਜ਼ਿਆਦਾ ਨੇੜ ਸਤਿਕਾਰ ਆ। ਸਾਡਾ ਇੰਨਾ ਪਿੰਡ ਨੇੜੇ ਆ ਕਿ ਸਾਡਾ ਆਪਸ ਵਿੱਚ ਹੀ ਰਿਸ਼ਤਾ ਨਹੀਂ ਹੁੰਦਾ ਹੋ ਸਕਦਾ। ਅੱਛਾ ਅਸੀਂ ਆਪਸ ਵਿੱਚ ਹੀ ਪੁਰਾਣੇ ਰਿਸ਼ਤੇ ਸਾਡੇ ਚੱਲੇ ਆਉਂਦੇ ਆ। ਜੀ ਜੀ ਤੇ ਜੋ ਭੁਪਿੰਦਰ ਸਿੰਘ ਸਾਡੇ ਪੰਜ 3 ਵਾਰ ਬੜੇ ਮਾਣ ਨਾਲ ਬਣੇ ਆ। ਉਹਨਾਂ ਦੇ ਜੇ ਉਹਨਾਂ ਦਾ ਕੋਈ ਇੱਜ਼ਤ ਮਾਣ ਸੀ ਤੇ ਉਹਨਾਂ ਨੂੰ 3 ਵਾਰ ਬਿਨਾਂ ਕਿਸੇ ਇਲੈਕਸ਼ਨ ਤੋਂ ਮਤਲਬ ਉਹਨਾਂ ਨੂੰ ਪੰਚ ਬਣਾਇਆ ਗਿਆ। ਅੱਛਾ, ਬਿਨਾਂ ਇਲੈਕਸ਼ਨ ਤੋਂ ਹਾਂ, ਪੰਚ ਰਹੇ। ਸਾਡੇ ਸਰਪੰਚ ਸਾਹਿਬ ਵੀ ਨਾਲ ਆ। ਇਹਨਾਂ ਦੇ ਨਾਲ ਬਹੁਤ ਵੱਡਾ ਸਹਿਯੋਗ ਸੀ। ਇਹਨਾਂ ਨਾਲ ਨਹੀਂ ਸੀ, ਦੋਵਾਂ ਪਿੰਡਾਂ ਜਿਹੜਾ ਬੰਦਾ ਇਹ ਬੁਲਾਉਂਦਾ ਸੀ ਉਹਨਾਂ ਨਾਲ ਖੜੇ ਸੀ। ਬਾਕੀ ਅਸੀਂ ਤੁਹਾਡੇ ਬਹੁਤ ਜ਼ਿਆਦਾ ਧੰਨਵਾਦੀ ਹਾਂ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਕਿ ਤੁਹਾਡਾ ਅਸੀਂ ਧੰਨਵਾਦ ਕਰੀਏ ਕਿ ਤੁਸੀਂ ਜਿਹੜੇ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਆਏ ਆ। ਇਹ ਵੀ ਬੜੀ ਵੱਡੀ ਗੱਲ ਆ। ਉਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ, ਜੋ ਚਲ ਗਿਆ ਆ ਪਰਿਵਾਰ ਬੱਚੇ ਆ, ਘਾਟਾ ਨਹੀਂ ਪੂਰਾ ਹੋ ਸਕਦਾ, ਪਰ ਜੋ ਤੁਸੀਂ ਸੇਵਾ ਜਾਂ ਮਾਣ ਕੀਤਾ ਉਹ ਵੀ ਇੱਕ ਸ਼ਲਾਘਾਯੋਗ ਹੈ। ਅਸੀਂ ਸਾਰਾ ਨਗਰ, ਦੋਏ ਨਗਰ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ ਆਏ ਆ। ਇਸ ਕਰਕੇ ਤੁਹਾਡੇ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਪੰਚ ਸਾਹਿਬ, ਤੁਸੀਂ ਵੀ ਥੋੜੇ ਜਿਹੇ ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਹੋਰਾਂ ਬਾਰੇ, ਪਰਿਵਾਰ ਬਾਰੇ ਕੁਝ ਸਾਡੇ ਨਾਲ ਵਿਚਾਰ ਸਾਂਝਾ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰਾ ਨਗਰ, ਸੰਗਤ ਟੈਲੀਵਿਜ਼ਨ ਤੇ NRI ਵੀਰ ਜਿਹੜੇ ਕਿ ਪਿੰਡ ਬਲੀਨਾ ਦੁਆਬਾ ਵਿਖੇ ਸ਼ਹੀਦ ਸਰਦਾਰ ਭੁਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਆਏ ਹਨ, ਮੈਂ ਇਹਨਾਂ ਦਾ ਪਿੰਡ ਵੱਲੋਂ, ਨਗਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਿਉਂਕਿ ਜਾਣ ਵਾਲਾ ਤਾਂ ਚਲੇ ਜਾਂਦਾ ਹੈ, ਇਮੋਸ਼ਨਲੀ ਘਾਟਾ ਕਦੀ ਅਸੀਂ ਪੂਰਾ ਨਹੀਂ ਕਰ ਸਕਦੇ, ਇਨਸਾਨ ਦੀ ਥੋੜ ਨੂੰ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ। ਪਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸੰਗਤ ਟੈਲੀਵਿਜ਼ਨ ਦਾ ਤੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਪਰਿਵਾਰ ਨੂੰ ਆ ਕੇ ਵੇਖਿਆ ਹੈ। ਨਹੀਂ ਤਾਂ ਪਰਿਵਾਰ ਕਈ ਵਾਰ ਰੁਲ ਜਾਂਦੇ ਹਨ। ਮੈਂ ਇਸ ਲਈ ਧੰਨਵਾਦ ਕਰਦਾ ਹਾਂ ਕਿ ਆਪ ਇਸ ਨਗਰ ਵਿੱਚ ਆਏ ਹੋ, ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਆਪ ਦੁੱਖ ਵੰਡਾਉਣ ਆਏ ਹੋ। ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਸਰਪੰਚ ਸਾਹਿਬ ਨੇ ਬੜਾ ਇੱਕ ਲਫ਼ਜ਼ ਵਰਤਿਆ, ਮੈਨੂੰ ਲੱਗਦਾ ਕਿ ਤੁਹਾਨੂੰ ਵੀ ਦਿਲ ਨੂੰ ਜ਼ਰੂਰ ਲੱਗਾ ਹੋਊਗਾ ਕਿ ਕਈ ਵਾਰੀ ਐਸੇ ਹਾਲਾਤਾਂ 'ਚ ਜਿਨ੍ਹਾਂ ਦੀ ਕੁਰਬਾਨੀ ਹੁੰਦੀ ਨਾ, ਪਰਿਵਾਰ ਰੁਲ ਜਾਂਦੇ ਨੇ। ਪਰ ਮੈਂ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਜਿਨ੍ਹਾਂ ਦੀ ਕੁਰਬਾਨੀ ਜ਼ਿੰਦਗੀ ਦੇਖੇ ਲੱਗੀ ਹੈ, ਸੰਗਤ ਏਡ ਦੇ ਜ਼ਰੀਏ ਜਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਆਸ਼ੇ ਨੂੰ ਲੈ ਕੇ ਚੱਲੀਆਂ ਨੇ, ਕਿਉਂਕਿ ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਸਾਡੀ ਇੱਕ ਨੈਤਿਕ, ਸਾਡੀ ਧਾਰਮਿਕ, ਕਹਿ ਲਈਏ ਸਾਡੀ ਸਮਾਜਿਕ ਜ਼ਿੰਮੇਵਾਰੀ ਬਣ ਜਾਂਦੀ ਹੈ। ਅਸੀਂ ਤਾਂ ਚਲੋ ਅੱਜ ਆਏ ਹਾਂ, ਤੁਸੀਂ ਸਦਾ ਹੀ ਇਹਨਾਂ ਦੇ ਲਾਗੇ ਰਹਿਣਾ ਤੇ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਵੱਧ ਗਈਆਂ ਤੇ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤ ਏਡ ਦੇ ਜ਼ਰੀਏ ਸੇਵਾ ਆਈ ਹੈ ਤੇ ਉਹ ਇਹਨਾਂ ਤੱਕ ਪਹੁੰਚੀ। ਮੈਂ ਸਮਝਦਾ ਇਹਦੇ ਨਾਲ ਥੋੜ੍ਹੀ ਇੱਕ ਤਰਵਾਸ ਵੀ ਇਹ ਬਣਦੀ ਹੈ ਕਿ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭੈਣ ਭਰਾ ਜਿਹੜੇ ਨੇ ਉਹ ਵੀ ਸਾਡੇ ਨਾਲ ਖਲੋਤੇ ਨੇ। ਹਾਂਜੀ ਜੀ ਬਿਲਕੁਲ ਜੀ, ਬਿਲਕੁਲ। ਪਰਿਵਾਰ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਜੀ, ਤੁਸੀਂ ਘਰ ਵੀ ਦੇਖਿਆ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਹੈ ਤੇ ਉਹਦੇ ਨਾਲ ਥੋੜਾ ਜਿਹਾ, ਕਿਉਂਕਿ ਇਕੱਲੇ ਭੁਪਿੰਦਰ ਸਿੰਘ ਸੀ ਜੋ ਪਰਿਵਾਰ ਨੂੰ ਚਲਾਉਂਦੇ ਸਨ, ਪਰਿਵਾਰ ਦਾ ਪੇਟ ਭਰਦੇ ਸਨ। ਪਰ ਇਹ ਮੈਂ ਧੰਨਵਾਦ ਫਿਰ ਦੁਬਾਰਾ ਕਰਦਾ ਕਿ ਆਪ ਲੋਕ ਆਏ ਹੋ, ਆਪਨੇ ਪਰਿਵਾਰ ਦੇ ਹਾਲਾਤ ਵੀ ਦੇਖੇ ਹਨ ਤੇ ਪਰਿਵਾਰ ਦੇ ਨਾਲ ਆ ਕੇ ਵੀ ਖੜੇ ਹੋਏ ਹੋ। ਸੋ ਪਰਿਵਾਰ ਦੇ ਜੀਆਂ ਦੇ ਬਾਰੇ ਵੀ ਥੋੜਾ ਜਿਹਾ ਦੱਸ ਦਿੰਦੇ, ਸੰਗਤਾਂ ਨੂੰ ਕਿਹੜੇ ਕਿਹੜੇ ਮੈਂਬਰ ਹੋ? ਸ਼ਹੀਦ ਸਰਦਾਰ ਭੁਪਿੰਦਰ ਸਿੰਘ ਜੀ ਦੇ ਧਰਮ ਪਤਨੀ ਆਪਣੇ ਨਾਲ ਖੜੇ ਹੋਏ ਹਨ, ਸ਼੍ਰੀਮਤੀ ਰਜਿੰਦਰ ਕੌਰ ਜੀ ਤੇ ਉਹਨਾਂ ਦੀ ਬੇਟੀ ਅਮਨਜੋਤ ਕੌਰ ਜੀ, ਉਹਨਾਂ ਦਾ ਬੇਟਾ ਹਰਦੀਪ ਸਿੰਘ ਤੇ ਉਹਨਾਂ ਦੇ ਭੈਣ ਜੀ ਖੜੇ ਹੋਏ ਹਨ ਤੇ ਇੱਧਰ ਜੀਜਾ ਜੀ ਖੜੇ ਹੋਏ ਹਨ। ਤੇ ਉਹਨਾਂ ਦੇ ਭੈਣ ਹੋਣਾ ਦਾ ਬਹੁਤ ਪਰਿਵਾਰ ਦੇ ਨਾਲ ਹਮੇਸ਼ਾ ਤੋਂ ਰਿਹਾ ਹੈ। ਜਦੋਂ ਤੇ ਭੁਪਿੰਦਰ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਉਦੋਂ ਤੋਂ ਉਹਨਾਂ ਦੇ ਭੈਣ ਇੱਥੇ ਰਹਿ ਰਹੇ ਹਨ ਤੇ ਬੱਚਿਆਂ ਨੂੰ ਦੇਖ ਰੇਖ ਉਹਨਾਂ ਦੀ ਕਰ ਰਹੇ ਹਨ। ਬਿਲਕੁਲ, ਇਹ ਬੜਾ ਵੱਡਾ ਸੱਲ ਹੁੰਦਾ ਹੈ। ਭੈਣਾਂ ਵਾਸਤੇ ਵੀ ਵੀਰਾਂ ਦਾ ਪਿਆਰ ਜਿਹੜਾ, ਇਹਨੂੰ ਐਕਸਪਲੇਨ ਕਰਨ ਦੀ ਕੋਈ ਲੋੜ ਨਹੀਂ, ਆਪਾਂ ਸਾਰੇ ਜਾਣਦੇ। ਤੇ ਜਦੋਂ ਦਿੱਲੀ ਗਏ ਨੇ ਤੁਸੀਂ ਵੀ ਉਸ ਵੇਲੇ ਉੱਥੇ ਮੋਰਚੇ ਤੇ ਸੀਗੇ ਨਾਲ ਇਹਨਾਂ ਦੇ? ਨਹੀਂ ਜੀ, ਅਸੀਂ ਭੁਪਿੰਦਰ ਸਿੰਘ ਜੀ ਇੱਕ ਮਤਲਬ ਜ਼ਿੰਮੇਵਾਰ ਇਨਸਾਨ ਸਨ। ਅੱਛਾ, ਮੈਂ ਥੋੜੇ ਦਿਨ ਪਹਿਲਾਂ ਜਾ ਕੇ ਆਇਆ ਸੀ। ਅੱਛਾ ਜੀ। ਕਿਉਂਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਚੱਲਦੇ ਹਨ, ਇੱਕ ਸੀਚੇਵਾਲ ਮਾਡਲ ਚੱਲ ਰਿਹਾ ਹੈ, ਖੇਡ ਮੈਦਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਇੱਕ ਸਕੂਲ ਦੇ ਵਿੱਚ ਬਾਥਰੂਮਾਂ ਦਾ ਕੰਮ ਚੱਲ ਰਿਹਾ ਸੀ। ਤਾਂ ਅਸੀਂ ਆਪਣੇ ਆਪ ਨੂੰ ਵੰਡਿਆ ਹੋਇਆ ਸੀ ਕਿ ਮੈਂ ਪਹਿਲਾਂ ਜਾ ਕੇ ਆਇਆ, ਬਾਅਦ ਵਿੱਚ ਭੁਪਿੰਦਰ ਸਿੰਘ ਜੀ ਗਏ, ਮੈਂ ਉਸ ਵੇਲੇ ਇੱਥੇ ਸੀ। ਤੇ ਪਰ ਹਮੇਸ਼ਾ ਹੀ ਉਹ ਪਿੰਡ ਨੂੰ ਵਿਕਾਸ ਕਾਰਜਾਂ ਨੂੰ ਅੱਗੇ ਲਿਜਾਣ ਦੀ ਹੀ ਗੱਲ ਸੋਚਦੇ ਹੁੰਦੇ ਸਨ
ਤੇ ਮੈਂ ਮਾਣ ਦੇ ਨਾਲ, ਫਕਰ ਦੇ ਨਾਲ ਕਹਿ ਸਕਦਾ ਕਿ ਉਹ ਆਪਣੇ ਜੀਂਦੇ ਜੀ ਸਵਾਸਾਂ ਦੇ ਨਾਲ ਵੀ ਪਿੰਡ ਦਾ ਨਾਮ ਉੱਚਾ ਕਰਨਾ ਚਾਹੁੰਦੇ ਸਨ ਤੇ ਆਪਣੀ ਸ਼ਹਾਦਤ ਦੇ ਨਾਲ ਵੀ ਪਿੰਡ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਗਏ ਉਹ। ਸੋ ਬਿਲਕੁਲ ਅਸੀਂ ਦੇਖ ਸਕਦੇ ਹਾਂ ਇੱਕ ਸਾਡਾ ਜਿੱਦਾਂ ਪੁਰਾਣੇ ਸਾਡੇ ਘਰ ਹੁੰਦੇ ਸੀ, ਇਹ ਆਪਾਂ ਦੇਖ ਸਕਦੇ ਹਾਂ। ਤੇ ਮੈਨੂੰ ਲੱਗਦਾ ਉਹਨਾਂ ਨੇ ਜ਼ਿੰਦਗੀ ਜਿਹੜੀ ਸਮਾਜ ਨੂੰ ਜ਼ਿਆਦਾ ਸਮਰਪਿਤ ਕੀਤੀ ਤੇ ਸਮਾਜ ਨੂੰ ਜੁੜੇ ਹੋਏ ਤੇ ਆਪਣੀ ਜ਼ਿੰਦਗੀ ਵੀ ਕਿਸਾਨੀ ਸੰਘਰਸ਼ ਦੇ ਲੇਖੇ ਜਿਹੜੀ ਆ ਉਹਨਾਂ ਨੇ ਲਾਈ ਹੈ। ਤੁਹਾਡਾ ਸਰਦਾਰ ਸਰ ਕੀ ਨਾਮ ਜੀ? ਮੇਰਾ ਨਾਮ ਮੱਖਣ ਸਿੰਘ ਲੰਬੜਦਾਰ ਜੀ ਦਾ ਪਿੰਡ ਤੋਂ। ਸਾਡਾ ਭੁਪਿੰਦਰ ਹੁਣ ਇਹਨਾਂ ਪੁਰਾਣਾ ਜਿੱਦਾਂ ਬਹੁਤ ਗਵਾਂਢ ਸਾਡੇ ਪਲ ਵਸੀ ਸਾਡੇ ਘਰ ਹੁੰਦਾ ਸੀ, ਤਾਂ ਇਹਨਾਂ ਜਦੋਂ ਜਨਮ ਹੋਇਆ ਸੀ ਇਹਨਾਂ 4 ਸਿਸਟਰ ਸੀਗੀਆਂ ਪਹਿਲੇ ਵੱਡੀਆਂ, ਇਹਨਾਂ ਜਨਮ 5ਵੇਂ ਸਥਾਨ ਤੇ ਹੋਇਆ ਸੀ ਇਹਨਾਂ ਦਾ। ਕਿਉਂਕਿ ਇਸ ਕਰਕੇ ਭੁਪਿੰਦਰ ਸੋਹਣੀ ਆਪਣੇ ਮਾਂ ਪਿਓ ਦੇ ਬਹੁਤ ਲਾਡਲੇ ਬੱਚੇ ਸੀਗੇ ਉਹ ਤਾਂ ਬੱਚੇ ਤਾਂ ਸਾਰੇ ਲਾਡਲੇ ਹੁੰਦੇ, ਪਰ 4 ਤੋਂ ਬਾਅਦ ਜਨਮ ਹੋਣਾ ਥੋੜਾ ਗੱਲ ਮਹਿੰਗਾ ਬੱਚਾ ਹਾਂਜੀ ਜਿੱਦਾਂ ਬਣਦੀ ਸੀਗੀ ਸੋਚ ਕਰਦਿਆਂ ਦੀ। ਬਾਕੀ ਉਹਨੇ ਪਿੰਡ ਲਈ ਉਹ ਕੀਤਾ ਜੋ ਇੱਕ ਇਨਸਾਨ ਕਰ ਸਕਦਾ ਸੀਗਾ। ਤੇ 3 ਵਾਰੀ ਪੰਚ ਬਣਨਾ ਲਗਾਤਾਰ, ਔਰ ਕਿਸੇ ਲੈਣ ਦੇਣ ਤੋਂ ਇਲਾਵਾ ਫਿਰ ਉਹ ਗੁਰਦੁਆਰਾ ਆਪਣੇ ਥੜਾ ਸਾਹਿਬ ਆਪਣੇ ਹਜ਼ਾਰੇ ਤੋਂ ਉੱਥੇ ਦੇ ਮੈਂਬਰ ਵੀ ਰਹੇ। ਉਹ ਉਸ ਨੂੰ ਕਮੇਟੀ ਨੂੰ ਵੀ ਪੂਰਾ ਸਹਿਯੋਗ ਦਿੰਦੇ ਸੀਗੇ। ਜਿੰਨੀਆਂ ਪੰਚਾਇਤਾਂ ਬਣੀਆਂ 3 ਸਰਪੰਚਾਂ ਦੇ ਨਾਲ ਰਹੇ ਉਹ, ਕਿ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਭੁਪਿੰਦਰ ਸਿੰਘ ਤੂੰ ਆ ਜਾ, ਆਪਣੇ ਆਪ ਜਾ ਖੜਦੇ ਸੀਗੇ ਉਹ। ਹੁਣ ਵੀ ਇਹਨਾਂ ਸਰਪੰਚ ਸਾਹਿਬ ਮੋਢੇ ਨਾਲ ਮੋਢੇ ਜੁੜ ਕੰਮ ਕਰਦੇ ਸੀਗੇ। ਤੇ ਭੁਪਿੰਦਰ ਸਿੰਘ ਜਿੰਨੀ ਸਿਫਤ ਕਰ ਲਓ ਉਨੀ ਥੋੜ੍ਹੀ ਆ। ਜਿੱਦਣ ਸੰਸਕਾਰ ਵੇਲੇ ਸੀਗਾ ਉੱਥੇ ਇੱਦਾਂ ਲੱਗਦਾ ਵੀ ਜੋ ਇਲਾਕੇ ਦਾ ਬੰਦਾ ਕੋਈ ਰਿਹਾ ਨਹੀਂ ਸੀ। ਇੱਦਾਂ ਮੈਂ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਰਹੀ ਸੀ ਅਤੇ ਉਹ ਟਾਈਮ ਹੀ ਇਹੋ ਜਿਹਾ ਸੀਗਾ। ਅਤੇ ਬਾਕੀ ਜੋ ਘਾਟਾ ਪੈ ਗਿਆ ਭੁਪਿੰਦਰ ਸਿੰਘ ਦਾ ਉਹ ਪੂਰਾ ਨਹੀਂ ਹੋ ਸਕਦਾ, ਅਸੀਂ ਤਾਂ ਇਹ ਕਹਿੰਦੇ ਹਾਂ ਜੀ। ਅਤੇ ਪਿੰਡ 'ਚ ਕੋਈ ਬੱਚਾ ਹਾਕ ਮਾਰ ਲਵੇ ਨਾ ਭੁਪਿੰਦਰ ਸਿੰਘ ਆ ਜਾਂਦਾ ਸੀਗਾ, ਇੱਦਾਂ ਸੀਗਾ। ਅਤੇ ਬਾਕੀ ਜੋ ਅਕਾਲ ਪੁਰਖ ਨੂੰ ਪਾਇਆ ਹੋਇਆ ਤਾਂ ਉਹ ਆ। ਹਾਂਜੀ ਬਿਲਕੁਲ, ਮੈਂ ਸਮਝਦਾ ਕਿ ਐਸੀਆਂ ਪਵਿੱਤਰ ਨਿਰਮਲ ਆਤਮਾਵਾਂ ਤੇ ਜਿਹੜੇ ਦੂਸਰਿਆਂ ਦੇ ਬੱਚਿਆਂ ਦੀ ਹਾਕ ਤੇ ਜਾਂਦੇ ਹੋਣਗੇ, ਉਹਨਾਂ ਦਾ ਆਪਣੇ ਬੱਚਿਆਂ ਪ੍ਰਤੀ ਕਿੰਨਾ ਪਿਆਰ ਸਤਿਕਾਰ ਹੋਏਗਾ। ਸੋ ਉਹਨਾਂ ਦਾ ਬੇਟਾ ਇਸ ਵਕਤ ਸਾਡੇ ਨਾਲ ਮੌਜੂਦ ਹੈ। ਤੁਹਾਡਾ ਕੀ ਨਾਮ? ਹਰਦੀਪ ਸਿੰਘ। ਤੁਸੀਂ ਪੜ੍ਹਦੇ ਹੋ ਕਿ ਜਾਂ ਜੋਬ ਕਰਦੇ? ਮੈਂ ਜੋਬ ਕਰਦਾ ਜੀ, ਨਾਲ ਘਰ ਦੇ ਕੰਮ ਵੀ, ਫਿਰ ਖੇਤੀਬਾੜੀ ਵੀ ਕਰੀ ਜਾਂਦਾ। ਅੱਛਾ, ਤੇ ਤੁਸੀਂ ਵੀ ਗਏ ਸੀ ਦਿੱਲੀ ਮੋਰਚੇ ਤੇ? ਦਿੱਲੀ ਮੈਂ ਗਿਆ ਨਹੀਂ ਸੀਗਾ, ਮੈਂ ਕਹਿੰਦਾ ਸੀ ਕਿ ਮੈਂ ਜਾਣਾ ਤੇ ਡੈਡੀ ਜੀ ਹੁਣੀ ਕਹਿੰਦੇ ਸੀ ਕਿ ਮੈਂ ਚੱਲਾਂ, ਤੂੰ ਪਿੱਛੇ ਘਰ ਤੇ ਤੂੰ ਇਕੱਲਾ ਰਹਿਣਾ। ਕਿ ਭੈਣ ਵੀ ਭਰਤੀ ਸੀ, ਹੁਣ ਮੰਮੀ ਵੀ ਇਕੱਲੇ ਘਰੇ, ਤੇ ਕਹਿੰਦੇ ਤੂੰ ਘਰੇ ਰਹਿ ਜਾ। ਮੈਂ ਕਹਿੰਦਾ ਡੈਡੀ ਜੀ ਮੈਂ ਜਾਂਦਾ ਨਹੀਂ, ਤੇ ਡੈਡੀ ਕਹਿੰਦੇ ਮੈਂ ਚੱਲ ਜਾਣਾ, ਮੈਂ ਆ ਜਾਣਾ, ਫਿਰ ਤੂੰ ਚੱਲ ਜੀ ਬਾਅਦ 'ਚ। ਕਿ ਸੰਘਰਸ਼ ਤਾਂ ਬਹੁਤ ਵਧੀਆ ਨਾ ਵਧੀ ਜਾਂਦਾ ਹੋਰ, ਤੇ ਤੂੰ ਚੱਲ ਜੀ ਬਾਅਦ 'ਚ। ਅਤੇ ਫਿਰ ਮੈਂ ਕਿਹਾ ਡੈਡੀ ਜੀ ਚਲੋ ਠੀਕ ਹੈ। ਮੈਂ ਕਿਹਾ ਲਾਸਟ ਮੇਰੀ ਜਦੋਂ 25 ਨੂੰ ਲਾਸਟ ਹੋਈ ਸੀ, ਮੈਂ ਰਾਤ ਜੀ ਨੂੰ ਹੋਈ ਸੀ ਗੱਲ ਮੇਰੀ 7:30 ਵਜੇ ਕਰੀਬ। ਅਤੇ ਮੈਂ ਕਿਹਾ ਡੈਡੀ ਨੂੰ ਕਿਹਾ ਸੀ, ਮੈਂ ਕਿਹਾ ਡੈਡੀ ਜੀ ਤੁਸੀਂ ਨਾ ਫਲੈਗ ਲਾਇਓ, ਮੈਂ ਪਿੰਡਾਂ 'ਚ ਵੰਡਣੇ ਆ। ਅਤੇ ਮੈਂ ਕਿਹਾ ਆਪਣੇ ਆਲੇ ਦੁਆਲੇ ਨਾ ਪਿੰਡਾਂ 'ਚ ਵੰਡਣੇ ਆ, ਕਿ ਡੇ ਲਾਇਓ ਫਲੈਗ ਲਾਇਓ। ਕਿ ਪਤਾ ਨਹੀਂ ਸੀ ਕਿ ਫਲੈਗ 'ਚ ਡੈਡੀ ਨੇ ਖੁਦ ਆ ਜਾਣਾ। ਸੋ ਜਿਨ੍ਹਾਂ ਦੀਆਂ ਜ਼ਿੰਦਗੀਆਂ ਲਿਖੇ ਲੱਗਦੀਆਂ ਨੇ, ਫਿਰ ਉਹਨਾਂ ਨੂੰ ਹੀ ਇਹ ਫਲੈਗ ਵੀ ਉਹਨਾਂ ਨੂੰ ਨਸੀਬ ਹੁੰਦੇ ਨੇ। ਸੋ ਭੈਣ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਕੁਲਦੀਪ ਕੌਰ ਹੈ ਜੀ। ਹਾਂਜੀ, ਭੁਪਿੰਦਰ ਸਿੰਘ ਜੀ ਮੈਂ ਛੋਟੀ ਭੈਣ ਆ, ਸਾਰਿਆਂ ਤੋਂ 4 ਭੈਣਾਂ ਤੋਂ ਛੋਟੀ। ਮੇਰੇ ਨਾਲ ਤਾਂ ਬਹੁਤ ਛੋਟੇ ਹੁੰਦੇ ਦਾ ਸੰਬੰਧ ਸੀ। ਜਦੋਂ 10 ਸਾਲ ਦਾ ਸੀ ਸਾਡੇ ਮਾਤਾ ਜੀ ਖਤਮ ਹੋ ਗਏ ਸੀ। ਫਿਰ ਮੈਂ ਹੀ ਉਹਨਾਂ ਨੂੰ ਬਸ, ਅਸੀਂ ਵੱਡੇ ਮੇਰੇ ਹਸਬੈਂਡ ਤਾਂ ਅਸੀਂ ਇੱਥੇ ਰਹੇ, ਵਿਆਹ ਤੋਂ ਬਾਅਦ ਵੀ ਰਹੇ, ਪਹਿਲਾਂ ਵੀ ਮੈਂ ਹੀ ਉਹਨਾਂ ਦਾ ਬਸ ਕਰਦੀ ਰਹੀ। ਮੇਰੇ ਨਾਲ ਤਾਂ ਸ਼ੁਰੂ ਤੋਂ ਹੀ ਬਸ ਮੇਰੇ ਨਾਲ ਹੀ ਸੀ। ਕੋਈ ਗੱਲ ਹੋਣੀ ਭੈਣ ਕਿੱਦਾਂ ਕਰੀਏ, ਕੀ ਕਰੀਏ, ਬਸ ਹੁਣ ਵੀ ਕੋਈ ਗੱਲਬਾਤ ਹੋਣੀ ਮੇਰੇ ਨੂੰ ਪੁੱਛਣਾ ਭੈਣ ਆਹ ਗੱਲ ਇੱਦਾਂ ਹੋਈ ਕਿੱਦਾਂ ਕਰੀਏ। ਬਸ ਹੁਣ ਤੋਂ ਕੋਈ ਮੇਰਾ ਕੋਈ ਉਹਦਾ ਨਾਲ ਹਿਸਾਬ ਕਿਤਾਬ ਸੀਗਾ। ਹਾਂਜੀ, ਬਸ ਸਾਨੂੰ ਵਾਲੇ ਬੱਚਿਆਂ ਦਾ ਕੁਛ ਪਤਾ ਨਹੀਂ ਲੱਗਦਾ ਕੀ ਕਰੀਏ ਅਸੀਂ ਇਹਨਾਂ ਬਾਰੇ। ਸੋ ਬਿਲਕੁਲ ਮੈਂ ਸਮਝਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਖਾਸ ਤੌਰ 'ਤੇ ਐਸੇ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਬੱਚੇ ਅਜੇ ਜਵਾਨ ਨੇ, ਵਿਆਹੁਣ ਵਾਲੇ ਨੇ, ਮੈਂ ਸਮਝਦਾ ਕਿ ਸਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਬੈਠੇ ਹੋ, ਸਿਆਣੇ ਹੋ, ਜਿਸ ਢੰਗ ਦੇ ਨਾਲ ਵੀ ਆਪਾਂ ਇਸ ਪਰਿਵਾਰ ਦੇ ਨਾਲ ਖੜ ਸਕੀਏ, ਮੈਂ ਸਮਝਦਾ ਵੱਡੀ ਗੱਲ ਹੋਈ। ਸੋ ਉਹਨਾਂ ਦੇ ਭਾਈ ਸਾਹਿਬ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਅਤੇ ਮੈਂ ਸਾਡਾ 1983 'ਚ ਸ਼ਾਦੀ ਹੋਈ। ਅੱਛਾ ਜੀ। ਭੁਪਿੰਦਰ ਸਿੰਘ ਤਾਂ ਉਸ ਟਾਈਮ ਪੜ੍ਹਦਾ ਸੀ 8ਵੀਂ 9ਵੀਂ 'ਚ। ਅਤੇ ਅਸੀਂ ਇੱਥੇ ਰਹਿ ਕੇ ਬੜਾ ਮੁਸ਼ਕਿਲ ਨਾਲ ਵੱਡਾ ਕੀਤਾ, ਪਾਲਿਆ। ਇਹਦੇ ਦੁੱਖ ਸੁੱਖ ਸਾਂਝੇ ਰਹੇ, ਅਸੀਂ ਵੀ ਇੱਥੇ ਰਹਿੰਦੇ ਰਹੇ।
ਕਦੇ ਸਾਡੇ ਮੂਹਰੇ ਨਹੀਂ ਬੋਲਿਆ, ਜੋ ਕਹਿਣਾ ਕੀਤਾ, ਜੋ ਅਸੀਂ ਕਿਹਾ ਹੁਣ ਕੀਤਾ। ਸਾਰੇ ਪਿੰਡ ਵਾਲਿਆਂ ਨੂੰ ਪਤਾ ਹੀ ਆ। ਪਰ ਹੁਣ ਸਦਮਾ ਜਿਹੜਾ ਰੱਬ ਨੇ ਪਾਇਆ, ਇਹ ਚੱਲਣਾ ਪੈਣਾ, ਕੁਛ ਨਹੀਂ ਕਰ ਸਕਦੇ। ਬਿਲਕੁਲ ਚੱਲਣਾ ਤਾਂ ਪੈਣਾ ਹੈ। ਬੇਟਾ ਉਹਨਾਂ ਹਕੂਮਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਅਜੇ ਵੀ ਟਾਲ ਮਟੋਲ ਕਰਦੀਆਂ ਪਈਆਂ? ਸਰਕਾਰਾਂ ਨੂੰ ਕੀ ਕਹਿਣਾ? ਸਰਕਾਰਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿੰਨੀ ਤੋਂ ਜਲਦੀ ਹੋ ਸਕੇ ਸਾਡੇ ਪਾਪਾ ਦੀ ਸ਼ਹੀਦੀ ਦਾ ਮੁੱਲ ਪੈ, ਜਿਹਨਾਂ ਨੇ ਸ਼ਹੀਦ ਹੋ ਕੇ ਇੰਨਾ ਆਪਣਾ ਕੁਰਬਾਨੀ ਦੇ ਦਿੱਤੀ ਆ। ਜਲਦੀ ਤੋਂ ਜਲਦੀ ਜਿਹੜੇ ਉੱਥੇ ਬੈਠੇ ਆ, ਸੰਘਰਸ਼ ਖਤਮ ਹੋ ਜਾਏ ਜਲਦੀ ਤੋਂ ਜਲਦੀ। ਬਸ ਮੈਂ ਤਾਂ ਇਹੀ ਚਾਹੁੰਦੀ ਹਾਂ ਜੇ ਉਹਨਾਂ ਦੀ ਸ਼ਹੀਦੀ ਕਿਤੇ ਬਾਬਾ ਜੀ ਲੇਖੇ ਲਾ ਦੇਣ ਬਸ। ਹਾਂਜੀ ਭੈਣ ਜੀ, ਤੁਸੀਂ ਕੀ ਕਹਿੰਦੇ ਹੋ ਸਰਕਾਰਾਂ? ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਦੇਖੋ ਹੁਣ ਇੰਨੀ ਦੁਨੀਆ ਉੱਥੇ ਬੈਠੀ ਆ, ਕਿੱਦਾਂ ਲੋਕ ਸ਼ਹੀਦ ਹੋਣ ਡਏ। ਉਹ ਦੇਖੋ ਕਿੱਦਾਂ ਉਹਨਾਂ ਦੇ ਸਾਰਿਆਂ ਦੇ ਘਰੋਂ ਘਰੀ ਆਪੋ ਆਪਣੀ ਕਿੰਨੀ ਲੋੜ ਆ, ਮਾਪਿਆਂ ਨੂੰ, ਬੱਚਿਆਂ ਨੂੰ, ਸਭ ਨੂੰ ਆਪਣੇ ਆਪਣੇ ਘਰੀ ਸਾਰਿਆਂ ਨੂੰ। ਬਸ ਸਰਕਾਰ ਨੂੰ ਇਹੀ ਗੁਜ਼ਾਰਿਸ਼ ਆ ਕਿ ਜਲਦੀ ਤੋਂ ਜਲਦੀ ਸੰਘਰਸ਼ ਖਤਮ ਕਰਕੇ ਅਤੇ ਜਿਹੜੇ ਖੇਤੀ ਕਾਨੂੰਨ ਇਹਨਾਂ ਨੂੰ ਵਾਪਸ ਲੈ ਲੈਣ। ਬਸ ਇਹੀ ਸਾਡੀ ਬੇਨਤੀ ਆ। ਹਾਂਜੀ ਤੁਸੀਂ ਕੀ ਕਹਿੰਦੇ? ਅਸੀਂ ਸਰਕਾਰਾਂ ਦੇ ਮੂਹਰੇ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜਿੰਨੇ ਸਾਡੇ ਭੈਣ ਵੀਰ ਭਰਾ ਨੇ ਸਾਡੇ, ਉਹਨਾਂ ਦਾ ਕਾਨੂੰਨ ਜਿਹੜਾ ਆ ਉਹ ਰੱਦ ਕਰ ਦੇਣ ਅਤੇ ਉਹ ਆਪਣੇ ਰਾਜੀ ਖੁਸ਼ੀ ਘਰ ਨੂੰ ਆਉਣ। ਸਾਡੇ ਤੋਂ ਜਿੱਦਾਂ ਦੀਆਂ ਇੱਦਾਂ ਦੀਆਂ ਸੱਟਾਂ ਸਾਡੇ 'ਤੇ ਪਈਆਂ ਆ। ਸੋ ਬਿਲਕੁਲ ਦੇਖਿਆ ਜਾਏ ਤੇ ਕੁਰਬਾਨੀ ਤਾਂ ਉਸੇ ਸੰਘਰਸ਼ ਦੀ ਹੈ ਨਾ। 26 ਦਿਵਸ ਕਿਸਾਨ ਪਰੇਡ ਦੇ ਵਾਸਤੇ ਹੀ ਭਾਈ ਸਾਹਿਬ ਹੋਰੀ ਇੱਥੋਂ ਗਏ ਸੀ, ਜਿਹੜੀ ਟਰੈਕਟਰ ਪਰੇਡ ਹੋਣੀ ਸੀ, ਤੇ ਉਸ ਤੋਂ ਪਹਿਲਾਂ ਹੀ ਜਿਹੜੀ ਕਹਿ ਲਈਏ ਤੜਕੇ ਅੰਮ੍ਰਿਤ ਵੇਲੇ ਕਰੀਬ 1 ਵਜੇ ਇਹ ਭਾਣਾ ਵਾਪਰ ਗਿਆ। ਸੋ ਪਰਿਵਾਰਾਂ ਲਈ ਇਹ ਘਾਟੇ ਕਿੱਡੇ ਵੱਡੇ ਨੇ ਆਪਾਂ ਸਾਰੇ ਸਮਝ ਸਕਦੇ ਹਾਂ। ਇਹਨਾਂ ਬੱਚਿਆਂ ਦੇ, ਇਹਨਾਂ ਭੈਣਾਂ ਦੇ ਹੰਝੂ, ਇਹ ਸਾਡਾ ਵੀਰ ਬੱਚਾ ਛੋਟਾ। ਤੁਸੀਂ ਬੇਟਾ ਕੀ ਕਹਿੰਦੇ ਹੋ ਇਹਨਾਂ ਸਰਕਾਰਾਂ ਨੂੰ ਜਿਹੜੀਆਂ ਅਜੇ ਵੀ ਟਾਲ ਮਟੋਲ ਦੀ ਨੀਤੀ 'ਤੇ ਚੱਲਦੀਆਂ ਪਈਆਂ ਨੇ? ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਜਿਹੜੇ 3 ਕਾਨੂੰਨੀ ਜਿਹੜੇ ਕਾਲੇ ਲਏ ਆ ਉਹ ਵਾਪਸ ਲੈ ਲੈਣ। ਕਿ ਜਿਹੜੇ ਵੀ ਸਾਡੇ ਉੱਥੇ ਜਿੰਨੇ ਵੀ ਸਾਡੇ ਬੈਠੇ ਆ, ਬਜ਼ੁਰਗ ਬੈਠੇ ਆ, ਮਾਤਾ ਪਿਤਾ ਜੋ ਜਿੰਨੇ ਵੀ ਸਾਰੇ ਬੈਠੇ ਆ, ਉਹ ਆਪਣੇ ਘਰੇ ਜਾਣ। ਕਿ ਇੰਨੀ ਠੰਡ ਵੀ ਇੰਨੀ ਬਹੁਤ ਹੈ, ਠੰਡ ਹੋ ਚੁੱਕੀ, ਇੰਨੇ ਸਾਡੇ ਹੋਰ ਵੀ ਸ਼ਹਾਦਤਾਂ ਕਈਆਂ ਨੇ ਵੀ ਪਾਈਆਂ ਆ। ਅਤੇ ਬਸ ਉਹਨਾਂ ਦੇ ਸ਼ਹਾਦਤਾਂ ਦਾ ਮੁੱਲ ਪੈ ਜਾਵੇ ਕਿ ਥੋੜ੍ਹਾ ਸਰਕਾਰ ਦੇ ਉੱਪਰ ਵੀ ਥੋੜ੍ਹਾ ਹੋਵੇ ਕਿ ਹਾਂ ਵੀ ਇੰਨੀਆਂ ਸ਼ਹਾਦਤਾਂ ਹੋਣ ਦੀਆਂ ਕਿ ਤੁਸੀਂ ਕਾਨੂੰਨ ਰੱਦ ਲੈਣ, ਵਾਪਸ ਲੈ ਲੈਣ। ਸੋ ਬਿਲਕੁਲ ਸਰਕਾਰਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ, ਪਰ ਇਹ ਸਾਡੇ ਮੁਲਕ ਦੀ ਇਹ ਤਰਾਸਦੀ ਹੈ ਕਿ ਇੱਥੇ ਦੇ ਜਿਹੜੇ ਲੀਡਰ ਨੇ ਆ ਪਿੱਛੇ ਹੀ ਹਰਿਆਣਾ ਦਾ ਜਿਹੜਾ ਖੇਤੀ ਮੰਤਰੀ, ਉਹਨੇ ਜਿਹੜੀ ਬਿਆਨ ਦਿੱਤਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਬਾਰੇ ਜਾਂ ਉਹਨਾਂ ਬਾਰੇ, ਅਤ ਨਿੰਦਕਯੋਗ। ਮਤਲਬ ਉਹਨਾਂ ਦੀ ਸੋਚ ਦਾ ਦਿਵਾਲੀਆ ਕਿੰਨਾ ਨਿਕਲਿਆ ਹੋਇਆ ਸਾਡੇ ਸਾਰਿਆਂ ਦੇ ਸਾਹਮਣੇ ਆ। ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਕੇਂਦਰ ਦੀ ਸਰਕਾਰ ਆ ਜਾਂ ਉਹਨਾਂ ਨੂੰ ਜਿੱਥੇ ਖਲੋਣਾ ਚਾਹੀਦਾ ਸੀ ਜਾਂ ਇਹਨਾਂ ਦਾ ਕੋਈ ਅਦਬ ਸਤਿਕਾਰ ਜਾਂ ਧਰਵਾਸ ਦੇਣੀ ਬਣਦੀ ਸੀ, ਉਹ ਜਿਹੜੇ ਹਾਲਾਤਾਂ ਦੇ ਵਿੱਚ ਜਿੱਦਾਂ ਬੈਠੇ ਆ, ਜਾਂ ਜਿੱਦਾਂ ਹਰਿਆਣੇ ਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਜੋ ਬਿਆਨ ਦੇ ਰਹੇ ਨੇ, ਅਸੀਂ ਤਾਂ ਉਹਨੂੰ ਰਿਪੀਟ ਵੀ ਨਹੀਂ ਕਰ ਸਕਦੇ। ਏਡੇ ਮਤਲਬ ਲਾਹਨਤੀ ਜਿਹਨੂੰ ਆਪਾਂ ਲੋਕੀ ਕਹਿ ਰਹੇ ਨੇ, ਸੋਸ਼ਲ ਮੀਡੀਆ 'ਤੇ ਲਾਹਨਤਾਂ ਪਾ ਰਹੇ ਨੇ ਐਸੇ ਲੋਕਾਂ ਨੂੰ। ਸੋ ਸਰਦਾਰ ਜੀ, ਤੁਸੀਂ ਇਹਨਾਂ ਸਰਕਾਰਾਂ ਨੂੰ ਕੀ ਕਹਿੰਦੇ ਹੋ? ਕਿਉਂਕਿ ਪਰਿਵਾਰ ਨੇ ਇੱਕ ਵੱਡਾ ਘਾਟਾ ਝੱਲਿਆ। ਬਿਲਕੁਲ ਘਾਟਾ ਤਾਂ ਬਹੁਤ ਵੱਡਾ ਝੱਲਿਆ, ਪਰ ਹੁਣ ਸਰਕਾਰ ਨੂੰ ਮਤਲਬ ਸੋਚ ਕੇ ਸਟੈਪ ਬੈਕ ਲੈ ਲੈਣਾ ਚਾਹੀਦਾ ਜੀ। ਕਾਲੇ ਕਾਨੂੰਨ ਬਿਲਕੁਲ ਵਾਪਸ ਲੈਣੇ ਚਾਹੀਦੇ ਆ। ਇੰਨਾ ਘਾਟਾ ਪੂਰੇ ਪੰਜਾਬ ਨੂੰ, ਪੂਰੇ ਇੰਡੀਆ ਨੂੰ ਪੈ ਰਿਹਾ। ਪੂਰਾ ਕਿੰਨੇ ਸ਼ਹੀਦੀਆਂ ਪਾ ਰਹੇ ਲੋਕੀ। ਬਿਲਕੁਲ ਮੈਂ ਸਮਝਦਾ ਕਿੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ, ਤੇ ਐਸੇ ਕਿੰਨੇ ਹੋਰ ਬੱਚੇ ਨੇ। ਵੇਖੋ 200 ਤੋਂ ਉੱਪਰ ਜਿਹੜੇ ਸਾਡੇ ਭੈਣ ਭਰਾ ਨੇ ਉਹ ਜ਼ਿੰਦਗੀ ਲੇਖੇ ਲਾ ਚੁੱਕੇ ਨੇ। 16 ਸਾਲ ਦੇ ਬੱਚੇ ਤੋਂ ਲੈ ਕੇ 70-80 ਸਾਲ ਦੇ ਬਜ਼ੁਰਗਾਂ ਤੱਕ ਜਿਹੜੀਆਂ ਸਾਡੀਆਂ ਮਾਈਆਂ ਬੀਬੀਆਂ ਵੀ, ਉਹਨਾਂ ਦੀ ਵੀ ਜ਼ਿੰਦਗੀ ਲੇਖੇ ਲੱਗੀ ਹੈ। ਸੋ ਇਹ ਸਾਡਾ ਹੁਣ ਸਰਕਾਰਾਂ ਨੂੰ ਜਿੱਥੇ ਇਸ ਗੱਲ ਵੱਲ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਜਿੰਨਾ ਸਮਾਂ ਹੋਰ ਬੀਤੇਗਾ ਉਨੀਆਂ ਹੀ ਐਸੀਆਂ ਸੱਟਾਂ ਹੋਰ ਕਿਸਾਨਾਂ ਨੂੰ ਲੱਗਣੀਆਂ ਨੇ। ਪਰ ਇੱਕ ਮੈਂ ਸਮਝਦਾ ਨੈਤਿਕ ਜ਼ਿੰਮੇਵਾਰੀ ਆਪਣੀ ਸਮਝਦੇ ਹੋਏ ਸਰਕਾਰਾਂ ਨੂੰ, ਪ੍ਰਧਾਨ ਮੰਤਰੀ ਨੂੰ ਇਸ ਗੱਲ ਬਾਰੇ ਫੌਰੀ ਧਿਆਨ ਦੇ ਕੇ ਮਸਲਾ ਨਿਬੇੜਨਾ ਚਾਹੀਦਾ। ਤੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰ ਦਿਓ। ਜੇ ਕਿਸਾਨ ਨਹੀਂ ਚਾਹੁੰਦੇ ਆਪਣਾ ਭਲਾ ਕਰਾਉਣਾ, ਤੇ ਤੁਸੀਂ ਜ਼ਰੂਰ ਉਹਨਾਂ ਦਾ ਭਲਾ ਕਰਨਾ।
ਉਹਨਾਂ ਨੂੰ ਜਿਹੜੇ ਪਹਿਲੇ ਹਾਲਾਤ ਸੀ ਉਹਨਾਂ ਤੇ ਛੱਡ ਦਿਓ। ਬਾਕੀ ਜਿਹੜੀਆਂ ਗੱਲਾਂ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਜਿਹੜੇ ਤੁਸੀਂ ਕੋਈ ਹੋਰ ਕਾਨੂੰਨ ਲਿਆਉਣਾ ਚਾਹੁੰਦੇ ਹੋ ਕਿਸਾਨਾਂ ਦੀ ਰਾਏ ਦੇ ਨਾਲ ਉਹਨਾਂ ਦੀ ਬਿਹਤਰੀ ਦੇ ਵਾਸਤੇ ਜਿਹੜੇ ਹੋਣ, ਨਾ ਕਿ ਕਾਰਪੋਰੇਟ ਘਰਾਣਿਆਂ ਦੀ ਬਿਹਤਰੀ ਦੇ ਵਾਲੇ। ਸੋ ਇਹੀ ਸਾਰੀਆਂ ਗੱਲਾਂ ਨੇ। ਅੱਜ ਕੱਲ੍ਹ ਤਾਂ ਬੱਚਾ ਇਹ ਗੱਲ ਸਮਝ ਚੁੱਕਾ, ਪਤਾ ਨਹੀਂ ਇਹ ਕੁਰਸੀਆਂ ਤੇ ਬੈਠੇ ਲੋਕਾਂ ਨੂੰ ਕਿਉਂ ਨਹੀਂ ਇਹ ਗੱਲਾਂ ਅਜੇ ਸਮਝ ਲੱਗ ਰਹੀਆਂ। ਤੇ ਇੱਥੇ ਨਾਲ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ UK ਯੂਰਪ ਦੀਆਂ ਸਾਰੀਆਂ ਸੰਗਤਾਂ ਨੂੰ ਜਿਹੜੇ ਵੀ ਇਸ ਢੰਗ ਦੇ ਨਾਲ ਸਾਡੇ ਨਾਲ ਖੜੇ ਨੇ, ਸੰਗਤ ਏਡ ਨੂੰ ਸੇਵਾ ਭੇਜਦੇ ਨੇ। ਉਹ ਸੇਵਾ ਜਿਹੜੀ ਇੱਥੇ ਆਉਂਦੀ ਹੈ ਤੇ ਅਸੀਂ ਘਰ ਘਰ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਉਹਨਾਂ ਤੱਕ ਪਹੁੰਚਾਉਂਦੇ ਹਾਂ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ, ਤੁਸੀਂ ਜਿਹੜਾ ਸਾਨੂੰ ਸਹਿਯੋਗ ਦਿੰਦੇ ਹੋ। ਤੇ ਨਾਲ ਹੋਰ ਵੀ ਜੇ ਕੋਈ ਸੰਗਤ ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਚਾਹੇ, ਹੋਰ ਇਹਨਾਂ ਨੂੰ ਸਹਿਯੋਗ ਦੇਣਾ ਚਾਹੇ, ਤੇ ਉਹਦੇ ਵਾਸਤੇ ਵੀ ਤੁਸੀਂ ਜਿਹੜੀ ਡਿਟੇਲ ਹੈ ਉਹ ਸੰਗਤ TV ਤੋਂ ਲੈ ਸਕਦੇ ਹੋ। ਸੋ ਆਪਾਂ ਸਾਰੇ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਤੇ ਗਾਂਹ ਵੀ ਖੜੇ ਰਵਾਂਗੇ।